ਹੈਲੋ एवरीवन, ਅੱਜ ਦੇ ਇਸ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਪਾਵਰ ਸਿਸਟਮ ਦਾ ਇਕਨੋਮਿਕਸ ਆਫ ਪਾਵਰ ਜਨਰੇਸ਼ਨ ਪਾਰਟ ਕਵਰ ਕਰਵਾਵਾਂਗਾ। ਇਹਦਾ ਅੱਜ ਪਾਰਟ 1 ਕਵਰ ਕਰਾਂਗੇ ਕਿਉਂਕਿ ਅੱਜ ਇਸ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਇੰਪੋਰਟੈਂਟ ਟਰਮਸ ਐਂਡ ਫੈਕਟਰ ਬਾਰੇ ਦੱਸਾਂਗਾ। ਓਕੇ, ਇਕਨੋਮਿਕਸ ਆਫ ਪਾਵਰ ਜਨਰੇਸ਼ਨ ਦੇ ਵਿੱਚ ਜਿਹੜੇ ਇੰਪੋਰਟੈਂਟ ਟਰਮਸ ਨੇ ਜਾਂ ਫੈਕਟਰ ਜਿਹੜੇ ਯੂਜ਼ ਹੁੰਦੇ ਨੇ ਜਾਂ ਫੈਕਟਰ ਜਿਹੜੇ ਆਪਾਂ ਮਤਲਬ ਜਨਰਲੀ ਸੁਣਦੇ ਆ ਜਾਂ ਪੜ੍ਹਦੇ ਆ ਉਹਨਾਂ ਬਾਰੇ ਐਕਸਪਲੇਨ ਕਰਾਂਗਾ। ਠੀਕ ਹੈ, ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਡਿਸਕ੍ਰਿਪਸ਼ਨ ਸੈਕਸ਼ਨ ਦੇ ਵਿੱਚ ਤੁਹਾਨੂੰ ਟੈਲੀਗ੍ਰਾਮ ਚੈਨਲ ਦਾ ਵੀ ਲਿੰਕ ਮਿਲ ਜਾਏਗਾ ਤੇ ਐਪ ਦਾ ਲਿੰਕ ਵੀ ਮਿਲ ਜਾਏਗਾ। ਤੁਸੀਂ ਉੱਥੋਂ ਵੀ ਸਾਡੇ ਨਾਲ ਜੁੜ ਸਕਦੇ ਜੀ। ਤੇ ਸਟਾਰਟ ਕਰਦੇ ਆ ਕਨੈਕਟਡ ਲੋਡ ਤੋਂ। ਠੀਕ ਹੈ, ਸਭ ਤੋਂ ਪਹਿਲਾਂ ਕੀ ਹੁੰਦਾ ਹੈ ਕਨੈਕਟਡ ਲੋਡ। ਕਨੈਕਟਡ ਲੋਡ ਕੀ ਹੁੰਦਾ? ਇਟ ਇਜ਼ ਦੀ ਸਮ ਆਫ ਕੰਟੀਨਿਊਅਸ ਰੇਟਿੰਗ। ਠੀਕ ਹੈ, ਕੰਟੀਨਿਊਅਸ ਰੇਟਿੰਗ ਦਾ ਮਤਲਬ ਕੀ ਹੈ ਕਿ ਸਪੋਜ਼ ਕਰੋ ਕਿ ਤੁਹਾਡੇ ਘਰ ਦੇ ਵਿੱਚ 5 ਬਲਬ ਲੱਗੇ ਨੇ ਜਿਨ੍ਹਾਂ ਦੀ ਰੇਟਿੰਗ 100 ਵਾਟ ਹੈ, 2 ਫੈਨ ਲੱਗੇ ਨੇ ਜਿਨ੍ਹਾਂ ਦੀ ਰੇਟਿੰਗ 100 ਵਾਟ ਹੈ, ਇੱਕ ਰੈਫਰੀਜੀਰੇਟਰ ਹੈ ਜਿਹਦੀ ਰੇਟਿੰਗ 150 ਵਾਟ ਹੈ। ਓਕੇ, ਧਿਆਨ ਨਾਲ ਸਮਝਣਾ ਹੈ, ਕੋਸ਼ਿਸ਼ ਇਹ ਕਰਨੀ ਹੈ ਕਿ ਚੀਜ਼ ਨੂੰ ਕ੍ਰੈਮ ਨਾ ਕੀਤਾ ਜਾਵੇ, ਚੀਜ਼ ਨੂੰ ਸਮਝਿਆ ਜਾਵੇ। ਇਟ ਇਜ਼ ਦੀ ਸਮ ਆਫ ਕੰਟੀਨਿਊਅਸ ਰੇਟਿੰਗ ਆਫ ਆਲ ਦੀ ਇਕਵਿਪਮੈਂਟਸ ਕਨੈਕਟਡ ਟੂ ਦੀ ਸਪਲਾਈ ਸਿਸਟਮ। ਠੀਕ ਹੈ, ਜਿੰਨੇ ਵੀ ਘਰ ਦੇ ਵਿੱਚ ਤੁਹਾਡੇ ਅਪਲਾਈੰਸ ਲੱਗੇ ਹੋਏ ਨੇ ਤੇ ਸਪਲਾਈ ਸਿਸਟਮ ਦੇ ਨਾਲ ਜੁੜੇ ਹੋਏ ਨੇ ਜਾਂ ਜਿੰਨੇ ਵੀ ਇਕਵਿਪਮੈਂਟਸ ਲੱਗੇ ਹੋਏ ਨੇ ਤੇ ਸਪਲਾਈ ਸਿਸਟਮ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਆਪਾਂ ਕਹਿ ਦਾਂਗੇ ਕਨੈਕਟਡ ਲੋਡ ਕਹਿ ਦਾਂਗੇ। ਠੀਕ ਹੈ, ਹੁਣ ਇਹਦੇ ਵਿੱਚ ਕੀ ਆ ਗਿਆ? ਹੁਣ ਜਿਹੜੇ ਲੈਂਪ ਦੀ ਜੇ ਆਪਾਂ ਗੱਲ ਕੀਤੀ ਕਿੰਨਾ ਬਣ ਗਿਆ ਇਹਦਾ 500 ਵਾਟ ਬਣ ਗਿਆ। ਓਕੇ, ਤੇ ਫੈਨ ਦਾ ਲੋਡ ਕਿੰਨਾ ਬਣ ਗਿਆ? ਟੋਟਲ ਲੋਡ ਕਿੰਨਾ ਹੋ ਗਿਆ 200 ਵਾਟ ਤੇ ਰੈਫਰੀਜੀਰੇਟਰ ਦਾ ਕਿੰਨਾ ਬਣ ਗਿਆ 150 ਵਾਟ। ਇਹਨੂੰ ਪਲੱਸ ਕਰਾਂਗੇ ਕਿੰਨਾ ਆ ਜਾਏਗਾ 850 ਵਾਟ। ਹੁਣ ਜਿਹੜਾ 850 ਵਾਟ ਹੈ ਇਹ ਕੀ ਹੈ? ਇਹ ਕਨੈਕਟਡ ਲੋਡ ਹੈ। ਇਹਨੂੰ ਕੀ ਕਹਿ ਦਾਂਗੇ ਕਨੈਕਟਡ ਲੋਡ। ਹੁਣ ਘਰ ਦੇ ਵਿੱਚ ਤੁਸੀਂ ਜਿੰਨਾ ਵੀ ਮਤਲਬ ਜਿੰਨੇ ਵੀ ਅਪਲਾਈੰਸ ਜਿੰਨੇ ਵੀ ਤੁਸੀਂ ਕਹਿ ਲਓ ਕਿ ਇਕਵਿਪਮੈਂਟਸ ਜਿਹੜੇ ਤੁਹਾਡੇ ਸਪਲਾਈ ਸਿਸਟਮ ਦੇ ਨਾਲ ਜੁੜੇ ਹੋਏ ਆ ਤੁਸੀਂ ਉਹਨੂੰ ਪਲੱਸ ਕਰ ਲਓ, ਉਹ ਕੀ ਹੈ ਤੁਹਾਡਾ ਕਨੈਕਟਡ ਲੋਡ ਹੈ। ਠੀਕ ਹੈ, ਉਹ ਕਨੈਕਟਡ ਲੋਡ ਹੈ। ਹੁਣ ਜਿਹੜਾ ਕਨੈਕਟਡ ਲੋਡ ਹੁੰਦਾ ਨਾ ਹਰੇਕ ਕੰਜ਼ਿਊਮਰ ਦਾ, ਕਿਉਂਕਿ ਜਿਹੜਾ ਪਾਵਰ ਸਿਸਟਮ ਹੈ ਆਪਾਂ ਲਾਸਟ ਲੈਕਚਰ ਦੇ ਵਿੱਚ ਤੁਹਾਨੂੰ ਮੈਂ ਕੀ ਪੜ੍ਹਾਇਆ ਸੀ ਜਨਰੇਟਿੰਗ ਸਟੇਸ਼ਨ ਪੜ੍ਹਾਏ ਸੀ। ਠੀਕ ਹੈ, ਜਨਰੇਟਿੰਗ ਸਟੇਸ਼ਨ ਦੇ ਵਿੱਚ ਕੀ ਆ ਬਲਕ ਦੇ ਵਿੱਚ ਇਲੈਕਟ੍ਰੀਕਲ એનર્ਜੀ ਜਿਹੜੀ ਪ੍ਰੋਡਿਊਸ ਹੁੰਦੀ ਆ ਜਨਰੇਟ ਹੁੰਦੀ ਆ ਬਾਅਦ ਵਿੱਚ ਉਹ ਕਿੱਥੇ ਆ ਜਾਂਦੀ ਆ ਕੰਜ਼ਿਊਮਰ ਤੱਕ ਪਹੁੰਚਦੀ ਹੈ। ਠੀਕ ਹੈ, ਟਰਾਂਸਮਿਟ ਹੋ ਕੇ ਫਿਰ ਉਸ ਤੋਂ ਬਾਅਦ ਸਬ ਸਟੇਸ਼ਨ ਤੇ ਜਾਂਦੀ ਹੈ, ਫਿਰ ਡਿਸਟ੍ਰੀਬਿਊਟ ਹੁੰਦੀ ਆ, ਫਿਰ ਕੰਜ਼ਿਊਮਰ ਪ੍ਰੀਮਿਸਿਸ ਤੱਕ ਪਹੁੰਚ ਜਾਂਦੀ ਹੈ। ਓਕੇ, ਹੁਣ ਹਰੇਕ ਕੰਜ਼ਿਊਮਰ ਦਾ ਜਿਹੜਾ ਕਨੈਕਟਡ ਲੋਡ ਅਲੱਗ-ਅਲੱਗ ਹੋਏਗਾ। ਕਿਸੇ ਦਾ ਵੀ ਜਿਹੜਾ ਕਨੈਕਟਡ ਲੋਡ ਆ ਉਹ ਸੇਮ ਨਹੀਂ ਹੈਗਾ, ਹਰੇਕ ਦਾ ਅਲੱਗ-ਅਲੱਗ ਹੋਏਗਾ। ਕਿਸੇ ਨੇ ਜ਼ਿਆਦਾ ਅਪਲਾਈੰਸ ਲਗਾਏ ਹੋਏ ਆ, ਜ਼ਿਆਦਾ ਇਕਵਿਪਮੈਂਟ ਲਾਏ ਹੋਏ ਆ, ਕਿਸੇ ਨੇ ਘੱਟ ਇਕਵਿਪਮੈਂਟ ਲਗਾਏ ਹੋਣਗੇ। ਇਸ ਕਰਕੇ ਹਰੇਕ ਦਾ ਜਿਹੜਾ ਕਨੈਕਟਡ ਲੋਡ ਆ ਅਲੱਗ-ਅਲੱਗ ਹੋਏਗਾ। ਓਕੇ, ਸਮਝ ਲੱਗ ਗਈ ਨਾ? ਕਨੈਕਟਡ ਲੋਡ ਕੀ ਆ? ਇਟ ਇਜ਼ ਦੀ ਸਮ ਆਫ ਕੰਟੀਨਿਊਅਸ ਰੇਟਿੰਗ। ਰੇਟਿੰਗ ਤੁਹਾਨੂੰ ਮੈਂ ਦੱਸਦੀ ਆ ਕਿ ਕੀ ਹੈ ਕਿ ਜੇ ਮੰਨ ਲਓ ਕਿਸੇ ਦੇ ਘਰ ਵਿੱਚ 3 ਲੈਂਪ ਲੱਗੇ ਨੇ, 2 ਫੈਨ ਲੱਗੇ ਨੇ, ਹੋਰ ਵੀ ਜਿਹੜਾ ਲੋਡ ਕਨੈਕਟ ਹੈ ਉਹਨੂੰ ਸਾਰੇ ਨੂੰ ਜੋੜ ਦਿਓ, ਉਹ ਤੁਹਾਡਾ ਕੀ ਆ ਜਾਏਗਾ ਕਨੈਕਟਡ ਲੋਡ ਆ ਜਾਏਗਾ। ਉਹਨੂੰ ਕੀ ਕਹਿ ਦਾਂਗੇ ਆਪਾਂ ਕਨੈਕਟਡ ਲੋਡ ਕਹਿ ਦਾਂਗੇ। ਹੁਣ ਇਹਦੇ 'ਚ ਤੁਹਾਨੂੰ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। ਕਨੈਕਟਡ ਲੋਡ ਕਲੀਅਰ? ਓਕੇ, ਚਲੋ ਨੈਕਸਟ ਹੁਣ ਆਪਾਂ ਕਰਦੇ ਹਾਂ ਮੈਕਸਿਮਮ ਡਿਮਾਂਡ। ਹੁਣ ਮੈਕਸਿਮਮ ਡਿਮਾਂਡ ਕੀ ਹੁੰਦੀ ਆ? ਇਟ ਇਜ਼ ਦੀ ਗ੍ਰੇਟੈਸਟ ਡਿਮਾਂਡ ਆਫ ਲੋਡ। ਗ੍ਰੇਟੈਸਟ ਡਿਮਾਂਡ ਲੋਡ ਕੀ ਆ? ਜਿਹੜਾ ਘਰ ਦਾ ਡੋਮੈਸਟਿਕ ਲੋਡ ਜਾਂ ਇੰਡਸਟਰੀ ਦਾ ਲੋਡ, ਕੋਈ ਵੀ ਲੋਡ ਲਗਾ ਲਓ। ਇਟ ਇਜ਼ ਦੀ ਗ੍ਰੇਟੈਸਟ ਡਿਮਾਂਡ। ਗ੍ਰੇਟੈਸਟ ਦਾ ਮਤਲਬ ਹੁੰਦਾ ਵੱਧ ਤੋਂ ਵੱਧ। ਇਟ ਇਜ਼ ਦੀ ਗ੍ਰੇਟੈਸਟ ਡਿਮਾਂਡ ਆਫ ਲੋਡ ਔਨ ਦੀ ਪਾਵਰ ਸਟੇਸ਼ਨ। ਪਾਵਰ ਸਟੇਸ਼ਨ ਉਹੀ ਆ ਜਿੱਥੋਂ ਆਪਾਂ ਇਲੈਕਟ੍ਰੀਕਲ એનર્ਜੀ ਜਨਰੇਟ ਕਰਦੇ ਪਏ ਆ ਡਿਊਰਿੰਗ ਅ ਗਿਵਨ ਪੀਰੀਅਡ, ਕਿ ਇੱਕ ਪਾਰਟਿਕੂਲਰ ਟਾਈਮ। ਠੀਕ ਹੈ, ਸਪੋਜ਼ ਕਰੋ ਕਿ ਹੁਣ ਇੱਕ ਦਿਨ ਦੇ ਵਿੱਚ 24 ਆਵਰਸ ਹੁੰਦੇ ਨੇ, 24 ਆਵਰਸ ਹੁੰਦੇ ਨੇ। ਓਕੇ, ਮੰਨ ਲਓ ਕਿ 1:01 ਦੇ ਉੱਤੇ, ਠੀਕ ਹੈ 1:10 ਦੇ ਉੱਤੇ, ਜੇ ਇੱਥੇ ਆਪਾਂ PM ਲਿਖ ਦਿੰਦੇ ਆ। ਠੀਕ ਹੈ, ਦੁਪਹਿਰ ਦੇ 1:10 ਦੇ ਉੱਤੇ ਕੀ ਹੋਇਆ ਹੈ? ਮੈਕਸਿਮਮ ਲੋਡ ਗਿਆ ਹੈ। ਉੱਦਾਂ ਕਿੰਨਾ ਲੋਡ ਚੱਲਦਾ ਪਿਆ ਸੀ? ਮੰਨ ਲਓ ਇੱਕ ਪਲਾਂਟ ਦੇ ਉੱਤੇ 4 ਮੈਗਾਵਾਟ ਦਾ ਲੋਡ ਪੈਣ ਦਿਆ ਸੀ। ਠੀਕ ਹੈ, 4 ਤੋਂ ਕਦੀ 3 ਹੋ ਜਾਂਦਾ, ਬਟ 1:10 ਤੇ ਜਿਹੜਾ ਲੋਡ ਸੀ ਉਹ 4.5 ਮੈਗਾਵਾਟ ਹੋ ਗਿਆ, ਭਾਵੇਂ ਉਹ 1 ਸੈਕਿੰਡ ਦੇ ਲਈ ਹੋਇਆ ਵਾ। ਠੀਕ ਹੈ, ਇਹਨੂੰ ਆਪਾਂ ਕੀ ਕਵਾਂਗੇ? ਇਹਨੂੰ ਕਹਿ ਦਾਂਗੇ ਮੈਕਸਿਮਮ ਡਿਮਾਂਡ। ਮੈਕਸਿਮਮ ਡਿਮਾਂਡ ਕੀ ਹੁੰਦੀ ਆ ਕਿ ਇੱਕ ਗਿਵਨ ਪੀਰੀਅਡ ਦੇ ਵਿੱਚ ਜਿਹੜੀ ਪਾਵਰ ਸਟੇਸ਼ਨ ਦੇ ਉੱਤੇ ਲੋਡ ਦੀ ਡਿਮਾਂਡ ਪਈ ਹੈ, ਗ੍ਰੇਟੈਸਟ ਡਿਮਾਂਡ ਹੈ, ਉਹਨੂੰ ਕੀ ਕਹਿ ਦਾਂਗੇ ਆਪਾਂ? ਮੈਕਸਿਮਮ ਡਿਮਾਂਡ ਕਹਿ ਦਾਂਗੇ। ਓਕੇ, ਉਹਨੂੰ ਕੀ ਕਹਿ ਦਾਂਗੇ? ਮੈਕਸਿਮਮ ਡਿਮਾਂਡ ਕਹਿ ਦਾਂਗੇ। ਇਹ ਗਿਵਨ ਪੀਰੀਅਡ ਮਤਲਬ ਕਿਸੇ ਇੱਕ ਪਾਰਟਿਕੂਲਰ ਪੀਰੀਅਡ ਦੇ ਵਿੱਚ ਹੀ ਪੈਂਦੀ ਹੈ। ਠੀਕ ਹੈ, ਉਹ ਦਿਨ ਦਾ ਸਮਾਂ ਵੀ ਹੋ ਸਕਦਾ ਹੈ, ਦੁਪਹਿਰ ਦਾ ਸਮਾਂ ਵੀ ਹੋ ਸਕਦਾ, ਕੋਈ ਵੀ ਹੈ।
ठीक है, लोड जिहड़ा ना सारा दिन वेरी करता रहिंदा, किस टाइम डिमांड ज़्यादा हुंदी, किस टाइम डिमांड घट हुंदी है। क्योंकि सानू ना एक चीज़ समझ के चलना पएगा जदों असीं आ फैक्टर पढ़ने या पावर सिस्टम नूं पढ़ना, एक ना सानू प्रैक्टिकली हो के चलना पएगा इन्हां चीज़ां वाल। जे आपां थ्रैटिकली सोचांगे ना तो फिर सानू इन्हां चीज़ां दी समझ नहीं लगनी जल्दी, सानू प्रैक्टिकली हो के सोचना पएगा। सपोज करो कि कोई घर है, उत्थे की होया सवेरे मतलब 6 वजे उठे ने, 6 वजे तो पहलां जे गर्मियां दा दिन है कल्ला कूलर एसी वगैरह चलते पे ने, जे सर्दियां के दिन की गल की जाए तो कोई भी अपलाइंस नहीं चलता पाया। हुण 6 वजे तो लैके 9 वजे तक अपलाइंस चलणगे, मतलब उदों डिमांड ज़्यादा होगी ना। तो अपने पर्टिकुलर एक घर की आपां गल कर लईए, फिर 9 वजे जिहड़े बच्चे स्कूल चल गए ने, जिहड़े काम करने वाले ने वो अपने काम ते चल गए ने, फिर उस तो बाद शामी किन्ने वजे आ 3 वजे मान लो बच्चे घर आए, फिर टीवी चलेगा है ना, फिर टीवी चलिया ना। उस तो बाद 5 वजे जिहड़े मतलब जॉब तो वापस आ गए ने, घर के जिहड़े मेन मैंबर ने सपोज करो, तो वो मतलब उस तो बाद डिमांड वध ही गई ना। हुण इस टाइम के उत्ते डिमांड घट ही एक घर की, बट स्कूल दे विच उस टाइम डिमांड वध ही। सानू ये चीज़ां सारियां ना प्रैक्टिकली होकर सोचनियां पैणगियां। ठीक है, मैक्सिमम डिमांड की होगी फिर साडी, इट इज़ द ग्रेटेस्ट डिमांड ऑफ द लोड ऑन द पावर स्टेशन ड्यूरिंग अ गिवन पीरियड। हुण इहदी इंपोर्टेंस की आ, हुण ये आपां मतलब मैक्सिमम डिमांड का फायदा की है, इहदी नॉलेज जे सानू मिलदी आ ते उस चीज़ का फायदा की है। इट हैल्प्स इन डिटरमिंग, इहदा फायदा लिख लीए, इट हैल्प्स इन डिटरमिंग एक किस चीज़ दे विच हैल्प करदी है, डिटरमिनिंग ओके, डिटरमिनिंग द इंस्टॉल कैपेसिटी ऑफ द स्टेशन, द इंस्टॉल कैपेसिटी ऑफ द पावर स्टेशन, जिहड़ी आपां इंस्टॉल्ड कैपेसिटी जिहड़ी हुंदी ना, इंस्टॉल्ड कैपेसिटी हुंदी आ, वो मैक्सिमम डिमांड दे नाल ही आपां कर सकते हैं। सानू पता होएगा ना कि यूनिट का कितना चलना। जे मान लो कि किसी सारा दिन जिहड़ा लोड वा वो चलता पिया वा 5 मैगावाट, पर एक समय जिहड़ा वा वो लोड वध के हो गया 7.5 मैगावाट, तो आपां हुण 7.5 मैगावाट के हिसाब नाल प्लांट डिजाइन करांगे ना। इस करके जिहड़ा मैक्सिमम डिमांड का पता होना तां करके जरूरी है कि इहदे नाल आपां प्लांट की जिहड़ी कैपेसिटी आ उन्होंने डिटरमिन कर सकते हैं। ठीक है, इहदी जिहड़ी प्लांट की कैपेसिटी आ उन्होंने डिटरमिन करने दे विच सानू हैल्प मिलती है। ठीक है, पावर स्टेशन ओके स्टूडेंट्स, पता चल गया ना की है कि मैक्सिमम डिमांड का भी हुण क्लीयर हो गया। कनैक्टेड लोड का पता लग गया। कनैक्टेड लोड की हुंदा कि लोड जिहड़ा वा कनैक्ट सप्लाई दे नाल उहनूं आपां कनैक्टेड लोड कह दांगे। तो मैक्सिमम डिमांड की होगी, इट इज़ द ग्रेटेस्ट डिमांड ऑफ लोड ऑन द पावर स्टेशन ड्यूरिंग अ गिवन पीरियड। ओके, तो ये नाल सानू की हैल्प मिलती है, ये सानू इंस्टॉल कैपेसिटी जिहड़ी आ उहनूं डिटरमिन करने की हैल्प मिलती है कि सानू ये पता लग जाता कि किन्नी कैपेसिटी का आपां जिहड़ा प्लांट है उन्हें इंस्टॉल करना है। क्लीयर, तो नाल दी नाल ही ये नाल की होएगा फिर दी स्टेशन मस्ट बी कैपेबल ऑफ मीटिंग दी मैक्सिमम डिमांड। जेकर आपां नूं ये पता लग जाएगा किन्नी डिमांड है तो जिहड़ा स्टेशन है पावर स्टेशन है वो कैपेबल हो जाएगा मीट करने दे लई मैक्सिमम डिमांड नूं। ओके, नैक्सट आ गया डिमांड फैक्टर। डिमांड फैक्टर की है, इट इज़ दी रेशो ऑफ मैक्सिमम डिमांड ऑन दी पावर स्टेशन टू इट्स कनैक्टेड लोड। ठीक है, डिमांड फैक्टर के इक्वल आ गया मैक्सिमम डिमांड टू दी कनैक्टेड लोड। हुण जिहड़ा कनैक्टेड लोड आ, जे आपां गल करिए कनैक्टेड लोड, हुण जे तुहाडे घर दे विच 5 बल्ब लगे, तुसीं एट ए टाइम 5 बल्ब थोड़ी जगा लोगे। मतलब एक चलो होर आसान कर दिंदा वा कि जिन्ने स्विच लगे हुए आ, तुसीं जिन्नियां सॉकटां लगियां होईयां घर दे विच तुसीं सारियां एट ए टाइम यूज़ करदे जे नहीं करदे। ठीक है, इस करके जिहड़ी मैक्सिमम डिमांड एक घर दे जे कनैक्टेड लोड 5 किलोवाट दा है तो तुसीं 5 किलोवाट थोड़ी हर टाइम चला लोगे, हमेशा घट ही इहदे नाल चलाओगे ना। 4 किलोवाट चला लोगे या 3 किलोवाट चल जाएगा। ठीक है, फॉर एग्जाम्पल जे कनैक्टेड लोड दे विच AC तुसीं कनैक्ट कीता होया, सर्दियां च AC थोड़ी चला लोगे, ਉਹਦੀ तो 2.5 किलोवाट की जिहड़ी कंजम्पशन घटी ना। इस करके की हुंदा जिहड़ा डिमांड फैक्टर हुंदा वा इट इज़ यूजली लैस दैन 1। इट इज़ यूजली लैस दैन 1। ये जिहड़ा वा एक नालों घट हुंदा है, लैस दैन, इट इज़ यूजली लैस दैन 1। ओके, ये एक नालों हमेशा घट होएगा, हमेशा नहीं कह सकते, ज़्यादातर ये घट ही हुंदा है। ठीक है, घट ही होएगा, मतलब यूजली लिखिया है, यूजली मतलब आम तौर पर एक नालों घट हुंदा है।
ਹੁਣ ਇਹਨੂੰ ਫਾइंड ਕਰਨ ਦਾ मतलब ਕੀ ਆ, ਇਹਦੇ ਨਾਲ ਸਾਨੂੰ ਕਿਸ ਚੀਜ਼ ਦੀ ਨੌਲੇਜ ਮਿਲੇਗੀ। ਠੀਕ ਹੈ, ਇਟ ਹੈਲਪਸ ਇਨ determining determining the capacity of the plant equipment ਜਿਹੜੇ ਪਲਾਂਟ ਦੇ ਵਿੱਚ ਆਪਾਂ ਇਕਵਿਪਮੈਂਟ ਲਗਾਉਣੇ ਆ ਉਹਨਾਂ ਦੇ, ਜਿੱਦਾਂ ਸਰਕਟ ਬ੍ਰੇਕਰ ਵਗੈਰਾ ਇਹਨਾਂ ਨੂੰ ਆਪਾਂ ਇੰਸਟਾਲ ਕਰਨਾ ਨਾ, ਇਹਨੂੰ ਇਹ ਕਿਸ ਰੇਟਿੰਗ ਦੇ ਲੱਗਣਗੇ, ਇਹਦੀ ਜਿਹੜੀ ਸਾਨੂੰ ਜੇ ਡਿਮਾਂਡ ਫੈਕਟਰ ਦਾ ਸਾਨੂੰ ਪਤਾ ਹੈ ਤੇ ਉਹਨਾਂ ਨੂੰ ਵੀ ਆਪਾਂ ਡਿਟਰਮਿਨ ਕਰ ਸਕਦੇ ਹਾਂ। ਠੀਕ ਹੈ, ਉਹਦੀ ਕੈਪੈਸਿਟੀ ਨੂੰ ਵੀ ਆਪਾਂ ਜਿਹੜੇ ਪਲਾਂਟ ਦੇ ਇਕਵਿਪਮੈਂਟਸ ਨੇ ਉਹਨਾਂ ਦੀ ਕੈਪੈਸਿਟੀ ਨੂੰ ਵੀ ਆਪਾਂ ਡਿਟਰਮਿਨ ਕਰ ਸਕਦੇ ਹਾਂ। ਓਕੇ, ਡਿਮਾਂਡ ਫੈਕਟਰ ਦਾ ਹੀ ਪਤਾ ਚੱਲ ਗਿਆ। ਇਹ ਚੀਜ਼ਾਂ ਤਾਂ ਮੈਂ ਤੁਹਾਨੂੰ ਲਿਖ ਕੇ ਦੇਣ ਦਿਆਂ ਵਾ, ਉਹਦੇ ਵਿੱਚ ਕੀ ਹੁੰਦਾ ਕਿ ਉਹਨਾਂ ਨੇ ਕਹਿਣਾ ਵਾ ਕਿ which of the following factor is help in determining the capacity of the plant equipments। ਉਹਦੇ ਵਿੱਚ ਤੁਹਾਨੂੰ ਆ ਜਾਣਾ ਮੈਕਸਿਮਮ ਡਿਮਾਂਡ ਫੈਕਟਰ, ਕਨੈਕਟਡ ਲੋਡ, ਐਵਰੇਜ ਲੋਡ, ਇਸ ਤਰੀਕੇ ਦੀਆਂ ਤੁਹਾਨੂੰ ਆਪਸ਼ਨਸ ਆ ਜਾਣਗੀਆਂ। ਫਿਰ ਉੱਥੇ ਕੀ ਆ ਡਿਮਾਂਡ ਫੈਕਟਰ, ਕਿਉਂਕਿ ਪੇਪਰ ਜੇ ਸਿੱਧਾ ਪੁੱਛ ਲੈਣਗੇ ਕਿ ਡਿਮਾਂਡ ਫੈਕਟਰ ਇਜ਼ ਯੂਜ਼ਲੀ ਲੈਸ ਦੈਨ ਜਾਂ ਜੋ ਵੀ ਹੈ ਉਹਦੀ ਵੈਲਿਊ ਜਿਹੜੀ ਆਪਸ਼ਨਸ ਦੇ ਵਿੱਚ ਦਿੱਤੀ ਹੋਏਗੀ, ਲੈਸ ਦੈਨ 1, ਗ੍ਰੇਟਰ ਦੈਨ 1, ਇਕੁਅਲ ਟੂ 1, 0, ਇਸ ਤਰੀਕੇ ਨਾਲ ਤੁਹਾਨੂੰ 3-4 ਆਪਸ਼ਨਸ ਦੇ ਦੇਣਗੇ। ਫਿਰ ਤਾਂ ਤੁਸੀਂ ਲੈਸ ਦੈਨ 1 ਲਗਾ ਲਓਗੇ। ਤੇ ਜੇ ਅੱਗੋਂ ਉਹਨਾਂ ਨੇ ਪੁੱਛ ਲਿਆ ਕਿ ਇਹਦੀ ਜਿਹੜੀ ਆਪਣਾ ਮਤਲਬ ਕੱਲ ਹੀ ਆਪਾਂ ਇਹਨੂੰ ਇਹਦਾ ਫਾਇਦਾ ਕੀ ਹੈ, ਤੇ ਉਹ ਇਹਦਾ ਫਾਇਦਾ ਇਹ ਹੁੰਦਾ ਕਿ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਜਿਹੜੇ ਆਪਾਂ ਇਕਵਿਪਮੈਂਟਸ ਲਗਾਉਣੇ ਪਲਾਂਟ ਦੇ, ਉਹਦੀ ਵੈਲਿਊ ਜਿਹੜੀ ਆ, ਉਹਦੀ ਜਿਹੜੀ ਕੈਪੈਸਿਟੀ ਹੈ ਕਿੰਨੀ ਹੋਣੀ ਚਾਹੀਦੀ ਹੈ। ਇਹ ਕੌਣ ਸਾਨੂੰ ਦੱਸਦਾ ਹੈ? ਡਿਮਾਂਡ ਫੈਕਟਰ ਦੱਸਦਾ ਹੈ। ਓਕੇ, ਨੈਕਸਟ ਆ ਗਿਆ ਐਵਰੇਜ ਲੋਡ। ਐਵਰੇਜ ਲੋਡ ਕੀ ਹੁੰਦਾ ਹੈ? ਦੀ ਐਵਰੇਜ ਆਫ ਲੋਡਸ occurring on the power station in a given period, ठीक है, is known as average load or average demand, is known as average demand। ਹੁਣ ਐਵਰੇਜ ਨੂੰ ਆਪਾਂ ਸਮਝ ਲਈਏ ਕਿ ਜੇ ਇੱਕ ਦਿਨ ਦੀ ਗੱਲ ਕੀਤੀ ਜਾਵੇ, ਠੀਕ ਹੈ, ਜੇ ਡੇਲੀ ਐਵਰੇਜ ਲੋਡ ਦੀ ਆਪਾਂ ਗੱਲ ਕਰੀਏ, ਡੇਲੀ ਐਵਰੇਜ ਲੋਡ, ਕਲੀਅਰ। ਜੇ ਆਪਾਂ ਡੇਲੀ ਐਵਰੇਜ ਲੋਡ ਦੀ ਕਰਦੇ ਆ ਤੇ ਇਹ ਕੀ ਹੋਏਗਾ? ਨੰਬਰ ਆਫ ਯੂਨਿਟਸ ਕੀ ਹੁੰਦੇ ਨੇ? KWH ਦੇ ਵਿੱਚ ਲੈਂਦੇ ਆ, ਜਨਰੇਟਡ ਇਨ ਅ ਡੇ, ਕਿ ਇੱਕ ਦਿਨ ਦੇ ਵਿੱਚ ਕਿੰਨੇ ਜਿਹੜੇ ਯੂਨਿਟ ਵਾ ਉਹ ਜਨਰੇਟ ਹੋਏ ਨੇ, ਟੂ ਦੀ ਟਾਈਮ ਕਿੰਨਾ ਵਾ? ਜੇ ਡੇਲੀ ਦੀ ਗੱਲ ਕਰੀਏ 24 ਆਵਰਸ। ਠੀਕ ਹੈ, ਹੁਣ ਇਹਦੇ ਵਿੱਚ ਵੇਖੇ ਆਪਾਂ ਕੀ ਕਰਦੇ ਕੀ ਪਏ ਆ ਕਿ ਹੁਣ ਜੇ ਆਪਾਂ ਸਿੰਪਲੀ ਗੱਲ ਕਰੀਏ, ਕਦੀ ਯੂਨਿਟ ਜ਼ਿਆਦਾ ਹੋ ਰਹੇ ਨੇ, ਕਦੀ ਯੂਨਿਟ ਘੱਟ ਮਤਲਬ ਜਨਰੇਟ ਹੋਣਗੇ, ਕਦੀ ਮੈਕਸਿਮਮ ਡਿਮਾਂਡ ਜ਼ਿਆਦਾ ਹੈ, ਕਦੀ ਘੱਟ ਹੈ। ਤੇ ਜਦੋਂ ਆਪਾਂ ਨੂੰ 24 ਆਵਰ ਦੇ ਨਾਲ ਡਿਵਾਈਡ ਕਰ ਦਾਂਗੇ ਤੇ ਉਹ ਕੀ ਆ ਜਾਏਗਾ? ਸਾਡਾ ਡੇਲੀ ਐਵਰੇਜ ਲੋਡ ਆ ਜਾਏਗਾ। ਠੀਕ ਹੈ, ਤੇ ਜੇ ਆਪਾਂ ਇਹਨੂੰ ਮੰਥਲੀ ਕੱਢਣਾ ਵਾ ਤੇ ਇਹਦੇ ਵਿੱਚ ਨੰਬਰ ਆਫ ਆਵਰਸ ਉਸ ਮਹੀਨੇ ਦੇ ਵਿੱਚ ਕਿੰਨੇ ਨੇ ਉਹਦੇ ਨਾਲ ਡਿਵਾਈਡ ਕਰ ਦਾਂਗੇ। ਜੇ ਆਪਾਂ ਇਹਨੂੰ ਈਅਰਲੀ ਕੱਢਣਾ ਵਾ ਤੇ ਫਿਰ ਕੀ ਕਰਾਂਗੇ? ਫਿਰ ਆਪਾਂ ਇਹਨੂੰ ਇੱਕ ਸਾਲ ਦੇ ਵਿੱਚ ਕਿੰਨੇ ਮਤਲਬ ਘੰਟੇ ਨੇ ਉਹਦੇ ਨਾਲ ਡਿਵਾਈਡ ਕਰ ਦਾਂਗੇ। 8760 ਆਵਰਸ ਹੁੰਦੇ ਨੇ ਇੱਕ ਸਾਲ ਦੇ ਵਿੱਚ। ਠੀਕ ਹੈ, ਹੁਣ ਫਿਰ ਇੱਕ ਵਾਰੀ ਮੈਂ ਤੁਹਾਨੂੰ ਦੱਸ ਦਿੰਦਾ ਵਾਂ, ਦੀ ਐਵਰੇਜ ਲੋਡਸ ਅਕਰਿੰਗ ਔਨ ਦੀ ਪਾਵਰ ਸਟੇਸ਼ਨ ਇਨ ਅ ਗਿਵਨ ਪੀਰੀਅਡ ਇਜ਼ ਨੋਨ ਐਜ਼ ਐਵਰੇਜ ਲੋਡ ਔਰ ਐਵਰੇਜ ਡਿਮਾਂਡ। ਕਲੀਅਰ? ਬੜੀਆਂ ਸੌਖੀਆਂ ਜਿਹੀਆਂ ਚੀਜ਼ਾਂ ਨੇ, ਬਸ ਆਪਾਂ ਸਮਝ ਕੇ ਇਹਨਾਂ ਨੂੰ ਸਭ ਕੁਝ ਕਰਨਾ ਹੈ। ਇਹਨੂੰ ਜਿਹੜਾ ਸਮਝ ਕੇ ਫਿਰ ਆਪਾਂ ਕਰਾਂਗੇ ਤੇ ਜ਼ਿਆਦਾ ਵਧੀਆ ਰਹੇਗਾ ਸਾਡੇ ਲਈ। ਕਲੀਅਰ ਹੋ ਗਿਆ? ਨੈਕਸਟ ਆ ਗਿਆ ਲੋਡ ਫੈਕਟਰ। ਠੀਕ ਹੈ, ਲੋਡ ਫੈਕਟਰ ਕੀ ਹੁੰਦਾ? ਦੀ ਰੇਸ਼ੋ ਆਫ ਐਵਰੇਜ ਲੋਡ। ਠੀਕ ਹੈ, ਐਵਰੇਜ ਲੋਡ, ਹੁਣ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਠੀਕ ਹੈ, ਲੋਡ ਫੈਕਟਰ LF ਮੈਂ ਲਿਖਤਾ ਜੇ, ਐਵਰੇਜ ਲੋਡ ਟੂ ਦੀ ਰੇਸ਼ੋ ਆਫ ਐਵਰੇਜ ਲੋਡ ਟੂ ਦੀ ਮੈਕਸਿਮਮ ਡਿਮਾਂਡ ਡਿਊਰਿੰਗ ਅ ਗਿਵਨ ਪੀਰੀਅਡ, is known as load factor। maximum demand, clear? maximum average load to the maximum demand, ਇਹਨੂੰ ਆਪਾਂ ਟਾਈਮ ਦੇ ਨਾਲ ਵੀ ਮਲਟੀਪਲਾਈ ਕਰਾ ਸਕਦੇ ਆ। ਠੀਕ ਹੈ, ਇਹਦੇ ਟਾਈਮ ਦੇ ਨਾਲ ਵੀ ਮਲਟੀਪਲਾਈ ਹੋ ਸਕਦਾ ਕਿ ਕਿੰਨੇ ਸਮੇਂ ਦੇ ਲਈ। ਓਕੇ, ਤੇ ਹੁਣ ਜਿਹੜਾ ਲੋਡ ਫੈਕਟਰ ਹੁੰਦਾ ਵਾ, ਇਹਨੂੰ ਜੇ ਆਪਾਂ ਕੈਲਕੂਲੇਟ ਕਰਨਾ ਹੋਵੇ ਲੋਡ ਫੈਕਟਰ ਨੂੰ, ਆਪਾਂ ਕਹਿ ਲਓ ਕਿ ਮੰਥਲੀ ਲੋਡ ਫੈਕਟਰ ਵੀ ਕੈਲਕੂਲੇਟ ਕਰ ਸਕਦੇ ਆ, ਡੇਲੀ ਲੋਡ ਫੈਕਟਰ ਵੀ ਕੈਲਕੂਲੇਟ ਕਰ ਸਕਦੇ ਆ। ਡੇਲੀ ਲੋਡ ਫੈਕਟਰ ਟਾਈਮ ਦੇ ਨਾਲ ਮਲਟੀਪਲਾਈ ਕਰਾ ਕੇ ਡੇਲੀ ਲੋਡ ਫੈਕਟਰ ਵੀ ਮਲਟੀਪਲਾਈ ਕਰ ਸਕਦੇ ਆ, ਮੰਥਲੀ ਲੋਡ ਫੈਕਟਰ ਵੀ ਮਲਟੀਪਲਾਈ ਕਰ ਸਕਦੇ ਆ।
ਤੇ ਏਅਰਲੀ ਲੋਡ ਫੈਕਟਰ ਵੀ ਮਲਟੀਪਲਾਈ ਕਰ ਸਕਦੇ ਆ। ਠੀਕ ਹੈ, ਏਅਰਲੀ ਲੋਡ ਫੈਕਟਰ ਮਤਲਬ ਐਨੂਅਲੀ ਕਿੰਨਾ ਮਤਲਬ ਹੋ ਰਿਹਾ, ਐਨੂਅਲ ਲੋਡ ਫੈਕਟਰ ਵੀ ਜਿਹੜਾ ਵਾ ਉਹ ਵੀ ਕੈਲਕੂਲੇਟ ਜਿਹੜਾ ਵਾ ਉਹ ਕਰ ਸਕਦੇ ਆ। ਕਲੀਅਰ। ਹੁਣ ਇਹਦੀ ਵੈਲਿਊ ਦੀ ਜੇਕਰ ਆਪਾਂ ਗੱਲ ਕਰੀਏ, ਲੋਡ ਫੈਕਟਰ ਇਜ਼ ਆਲਵੇਜ਼ ਲੈਸ ਦੈਨ 1। ਲੋਡ ਫੈਕਟਰ ਇਜ਼ ਆਲਵੇਜ਼ ਲੈਸ ਦੈਨ 1, ਲੈਸ ਦੈਨ 1, ਕਿਉਂਕਿ ਜਿਹੜਾ ਐਵਰੇਜ ਲੋਡ ਹੋਏਗਾ ਹਮੇਸ਼ਾ ਮੈਕਸਿਮਮ ਡਿਮਾਂਡ ਨਾਲੋਂ ਘੱਟ ਹੋਏਗਾ। ਇਸ ਕਰਕੇ ਕੀ ਆ, ਜਿਹੜੀ ਇਹਦੀ ਲੋਡ ਫੈਕਟਰ ਦੀ ਵੈਲਿਊ ਹੁੰਦੀ ਹੈ ਹਮੇਸ਼ਾ 1 ਨਾਲੋਂ ਘੱਟ ਹੁੰਦੀ ਹੈ। ਠੀਕ ਹੈ, 1 ਨਾਲੋਂ ਹਮੇਸ਼ਾ ਦੀ ਜਿਹੜੀ ਵੈਲਿਊ ਕੀ ਹੋਏਗੀ, ਘੱਟ ਹੋਏਗੀ। ਕਲੀਅਰ। ਹੁਣ ਇਹਦਾ ਫਾਇਦਾ ਕੀ ਹੈ, ਲੋਡ ਫੈਕਟਰ ਨੂੰ ਕੈਲਕੂਲੇਟ ਕਰਨ ਦਾ ਕੀ ਫਾਇਦਾ ਹੈ। ਠੀਕ ਹੈ, ਪਹਿਲਾਂ ਲੋਡ ਫੈਕਟਰ ਇੱਕ ਵਾਰੀ ਫੇਰ ਦੱਸ ਦਿੰਦਾ ਵਾ, ਦੀ ਐਵਰੇਜ ਲੋਡ, it is the ratio of average load to the maximum demand. Average load to the maximum demand during a given period is known as load factor. ठीक है, ਹੁਣ ਇਹਦਾ ਫਾਇਦਾ ਕੀ ਹੈ, ਇਹਨੂੰ ਕੈਲਕੂਲੇਟ ਕਿਉਂ ਕਰਦੇ ਪਏ ਆ। ਠੀਕ ਹੈ, ਜਿਵੇਂ ਕਿ ਮੈਕਸਿਮਮ ਡਿਮਾਂਡ ਆਪਾਂ ਕੈਲਕੂਲੇਟ ਕੀਤੀ ਸੀ, ਮੈਕਸਿਮਮ ਡਿਮਾਂਡ ਦਾ ਇਹ ਪਤਾ ਲੱਗ ਜਾਂਦਾ ਕਿ ਆਪਾਂ ਜਿਹੜੇ ਇੰਸਟਾਲ ਕਪੈਸਿਟੀ ਜਿਹੜੀ ਆ ਉਹਨੂੰ ਆਪਾਂ ਡਿਟਰਮਿਨ ਕਰ ਸਕਦੇ ਹਾਂ ਕਿ ਕਿੰਨੀ ਇੰਸਟਾਲ ਕਪੈਸਿਟੀ ਹੋਏਗੀ ਸਟੇਸ਼ਨ ਦੀ। ਫਿਰ ਉਸ ਤੋਂ ਬਾਅਦ ਡਿਮਾਂਡ ਫੈਕਟਰ ਤੁਹਾਨੂੰ ਦੱਸਿਆ ਹੈ, ਡਿਮਾਂਡ ਫੈਕਟਰ ਦਾ ਕੀ ਬੈਨੀਫਿਟ ਹੁੰਦਾ ਹੈ। ਡਿਮਾਂਡ ਫੈਕਟਰ ਬੈਨੀਫਿਟ ਇਹ ਹੁੰਦਾ ਹੈ ਉਹਨੂੰ ਕੈਲਕੂਲੇਟ ਕਰਨ ਦਾ ਕਿ ਇਹਦੇ ਨਾਲ ਸਾਨੂੰ ਜਿਹੜੀ ਕਪੈਸਿਟੀ ਆਫ ਦੀ ਪਲਾਂਟ ਇਕਵਿਪਮੈਂਟ, ਜਿਹੜੇ ਇਕਵਿਪਮੈਂਟ ਪਲਾਂਟ ਦੇ ਵਿੱਚ ਆਪਾਂ ਯੂਜ਼ ਕਰਨੇ ਉਹਦੀ ਕਪੈਸਿਟੀ ਦਾ ਸਾਨੂੰ ਪਤਾ ਚੱਲ ਜਾਂਦਾ ਹੈ। ਸਿਮਿਲਰਲੀ ਇਹਦਾ ਵੀ ਕੋਈ ਨਾ ਕੋਈ ਬੈਨੀਫਿਟ ਹੋਏਗਾ। ਇਹਦਾ ਬੈਨੀਫਿਟ ਸਾਨੂੰ ਇਹ ਹੁੰਦਾ ਹੈ ਕਿ ਸਾਨੂੰ ਇਹ ਪਤਾ ਲੱਗ ਜਾਂਦਾ ਵਾ ਕਿ ਓਵਰਆਲ ਕਾਸਟ। ਠੀਕ ਹੈ, ਇੱਥੋਂ ਆਪਾਂ ਕੀ ਕਰ ਦਿੰਦੇ ਆ, ਇਟ ਹੈਲਪਸ ਇਨ determining the overall cost per unit generated, ਠੀਕ ਹੈ, ਇਹਦੇ ਨਾਲ ਜਿਹੜੀ ਆਪਾਂ ਕਾਸਟ ਕੱਢ ਲੈਂਦੇ ਆ ਕਿ ਜਿਹੜੇ ਯੂਨਿਟ ਦੀ ਜਨਰੇਟ ਹੋ ਰਹੀ ਹੈ। ਠੀਕ ਹੈ, ਯੂਨਿਟ ਨੂੰ ਜਨਰੇਟ ਕਰਨ ਦੀ ਕਾਸਟ ਦਾ ਸਾਨੂੰ ਪਤਾ ਚੱਲ ਜਾਂਦਾ ਹੈ ਪਰ ਯੂਨਿਟ। ਜੇ ਇਹਦੀ ਵੈਲਿਊ ਜਿੰਨੀ ਜ਼ਿਆਦਾ ਹੋਏਗੀ, ਹਾਇਰ ਦੀ ਲੋਡ ਫੈਕਟਰ ਆਫ ਦੀ ਪਾਵਰ ਸਟੇਸ਼ਨ, ਲੈਸਰ ਵਿਲ ਬੀ ਦੀ ਕਾਸਟ ਪਰ ਯੂਨਿਟ ਜਨਰੇਟਡ। ਠੀਕ ਹੈ, ਕੀ ਸਾਨੂੰ ਪਤਾ ਲੱਗਾ ਵਾ, ਜੇਕਰ ਇਹਦੀ ਵੈਲਿਊ ਜਿਹੜੀ ਆ ਲੋਡ ਫੈਕਟਰ ਦੀ ਹਾਇਰ ਹੈ। ਠੀਕ ਹੈ, ਲੋਡ ਫੈਕਟਰ ਦੀ ਜੇਕਰ ਵੈਲਿਊ ਇੱਥੇ ਮੈਂ ਲਿਖ ਦਿੰਦਾ ਵਾ, ਲੋਡ ਫੈਕਟਰ ਦੀ ਜੇਕਰ ਵੈਲਿਊ ਹਾਈ ਹੈ ਤੇ ਕਾਸਟ ਜਿਹੜੀ ਆ ਘੱਟ ਹੋਏਗੀ, ਤੇ ਜੇਕਰ ਲੋਡ ਫੈਕਟਰ ਦੀ ਵੈਲਿਊ ਘੱਟ ਜਾਏਗੀ ਤੇ ਕਾਸਟ ਜਿਹੜੀ ਆ ਯੂਨਿਟ ਦੀ ਉਹ ਵੱਧ ਜਾਏਗੀ। ਓਕੇ, ਇਸ ਕਰਕੇ ਕੀ ਆ, ਜਿੰਨਾ ਪੋਸੀਬਲ ਹੋ ਸਕੇ ਲੋਡ ਫੈਕਟਰ ਹਾਈ ਹੋਣਾ ਚਾਹੀਦਾ ਹੈ। ਠੀਕ ਹੈ, ਇਹ 'ਚ ਸਾਨੂੰ ਕੀ ਪਤਾ ਲੱਗਾ। ਪਹਿਲਾ ਪੁਆਇੰਟ ਜਿਹੜਾ ਕੁਐਸਚਨ ਆ ਸਕਦਾ ਹੈ ਉਹ ਡੈਫੀਨੇਸ਼ਨ 'ਚ ਵੀ ਪੁੱਛ ਸਕਦੇ ਨੇ। ਡੈਫੀਨੇਸ਼ਨ ਤੁਸੀਂ ਮਤਲਬ ਕੀ ਆ, ਐਵਰੇਜ ਲੋਡ ਟੂ ਦੀ ਮੈਕਸਿਮਮ ਡਿਮਾਂਡ। ਠੀਕ ਹੈ, ਫਿਰ ਇਹਦੀ ਜਿਹੜੀ ਵੈਲਿਊ ਪੁੱਛ ਸਕਦੇ ਨੇ ਉਹ ਹਮੇਸ਼ਾ 1 ਤੋਂ ਘੱਟ ਹੋਏਗੀ। ਫਿਰ ਪੁੱਛ ਸਕਦੇ ਨੇ ਕਿ ਇਹਦਾ ਫਾਇਦਾ ਕੀ ਹੈ, ਇਹਦੇ ਨਾਲ ਸਾਨੂੰ ਕਾਸਟ ਪਰ ਯੂਨਿਟ, ਓਵਰਆਲ ਕਾਸਟ ਪਰ ਯੂਨਿਟ ਜਨਰੇਟਡ ਦਾ ਪਤਾ ਲੱਗ ਜਾਂਦਾ ਹੈ। ਯੂਨਿਟ ਦੀ ਕਾਸਟ ਆਪਾਂ ਜਿਹੜੀ ਆ ਉਹ ਸਾਨੂੰ ਪਤਾ ਲੱਗ ਜਾਏਗੀ। ਤੇ ਉਸ ਤੋਂ ਬਾਅਦ ਕੀ ਆ, ਇਹਦਾ ਜੇਕਰ ਮਤਲਬ ਲੋਡ ਫੈਕਟਰ ਦੇ ਨਾਲ ਕੀ ਇਫੈਕਟ ਪਏਗਾ ਕਾਸਟ ਦਾ, ਉਹ ਇਹ ਆ ਕਿ ਜੇਕਰ ਲੋਡ ਫੈਕਟਰ ਦੀ ਵੈਲਿਊ ਜ਼ਿਆਦਾ ਹੈ ਤੇ ਯੂਨਿਟ ਦੀ ਜਿਹੜੀ ਕਾਸਟ ਵਾ ਉਹ ਘਟ ਜਾਏਗੀ। ਓਕੇ, ਨੈਕਸਟ ਹੈਗਾ ਡਾਇਵਰਸਿਟੀ ਫੈਕਟਰ। ਹੁਣ ਡਾਇਵਰਸਿਟੀ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਨੇ, ਵਿਭਿੰਨਤਾ। ਠੀਕ ਹੈ, ਪੰਜਾਬੀ ਨੂੰ ਆਪਾਂ ਥੋੜਾ ਜਿਹਾ ਇਹਦੇ ਵਿੱਚ ਮੈਂ ਤਾਂ ਇਨਵੋਲਵ ਕੀਤਾ। ਵਿਭਿੰਨਤਾ ਦਾ ਮਤਲਬ ਕਿ ਚੀਜ਼ਾਂ ਸੇਮ ਨਹੀਂ ਹੈਗੀਆਂ। ਠੀਕ ਹੈ, ਕੋਈ ਨਾ ਕੋਈ ਵਿਭਿੰਨਤਾ ਹੈਗੀ ਹੈ, ਕੋਈ ਨਾ ਕੋਈ ਅਲੱਗ ਹੈਗਾ ਹੈ। ਠੀਕ ਹੈ, ਕਿਸ ਚੀਜ਼ ਦੀ ਆਪਾਂ ਅਲੱਗ ਦੀ ਗੱਲ ਕਰਨ ਲੱਗੇ ਆ ਉਹ ਡੈਫੀਨੇਸ਼ਨਸ ਤੁਹਾਨੂੰ ਕਲੀਅਰ ਹੋ ਜਾਏਗਾ। ਦੀ ਰੇਸ਼ੋ ਆਫ ਦੀ ਮੈਕਸਿਮਮ ਇੰਡੀਵਿਜੂਅਲ ਮੈਕਸਿਮਮ ਡਿਮਾਂਡਸ। ਠੀਕ ਹੈ, ਸਮ ਆਫ, ਠੀਕ ਹੈ, ਦੀ ਰੇਸ਼ੋ ਆਫ ਦੀ ਸਮ ਆਫ ਇੰਡੀਵਿਜੂਅਲ ਮੈਕਸਿਮਮ ਡਿਮਾਂਡਸ। ਹੁਣ ਇੱਕ ਪਿੰਡ ਹੈ। ਠੀਕ ਹੈ, ਇੱਕ ਪਿੰਡ ਦੀ ਆਪਾਂ ਜੇ ਗੱਲ ਕਰੀਏ, ਇੱਕ ਪਿੰਡ ਦੇ ਵਿੱਚ 50 ਘਰ ਨੇ। ਠੀਕ ਹੈ, 50 ਘਰਾਂ ਦੀ ਜਿਹੜੀ ਮੈਕਸਿਮਮ ਡਿਮਾਂਡ ਹੋਏਗੀ ਐਟ ਏ ਟਾਈਮ ਸੇਮ ਤਾਂ ਨਹੀਂ ਹੋਏਗੀ। ਠੀਕ ਹੈ, ਕਿਸੇ ਦੀ ਡਿਮਾਂਡ ਸ਼ਾਮੀ 6 ਵਜੇ ਆ, ਕਿਸੇ ਦੀ 7 ਵਜੇ ਆ, ਕਿਸੇ ਦੀ 8 ਵਜੇ ਆ, ਕਿਸੇ ਦੀ ਦੁਪਹਿਰੇ 12 ਵਜੇ ਆ। ਅਲੱਗ-ਅਲੱਗ ਹੀ ਹੋ ਗਈ ਨਾ ਮੈਕਸਿਮਮ ਡਿਮਾਂਡ ਅਲੱਗ-ਅਲੱਗ ਟਾਈਮ ਦੇ ਵਿੱਚ। ਟੂ ਦੀ ਮੈਕਸਿਮਮ ਡਿਮਾਂਡ ਔਨ ਦੀ ਪਾਵਰ ਸਟੇਸ਼ਨ, ਕਿ ਜਦੋਂ ਪਾਵਰ ਸਟੇਸ਼ਨ ਤੇ ਮੈਕਸਿਮਮ ਡਿਮਾਂਡ ਹੋਈ, ਫਿਰ ਇਹਨੂੰ ਦੁਬਾਰਾ ਮੈਂ ਤੁਹਾਨੂੰ ਸਮਝਾਉਂਦਾ ਵਾਂ ਕਿ ਕੀ ਇਹਦੇ ਵਿੱਚ ਆਪਾਂ ਸਿੱਖਦੇ ਪਏ ਆ ਮੈਕਸਿਮਮ ਡਿਮਾਂਡ। ਠੀਕ ਹੈ, ਕਿਹਦੀ, ਸਮ ਆਫ ਇੰਡੀਵਿਜੂਅਲ, ਕੱਲੇ ਬੰਦੇ ਦੀ ਆਪਾਂ ਡਿਮਾਂਡ ਇਹਦੇ ਵਿੱਚ ਕੱਢਣੀ ਹੈ, ਮੈਕਸਿਮਮ ਡਿਮਾਂਡ। ਠੀਕ ਹੈ, ਮੰਨ ਲਓ ਰਾਮ ਦੀ 6 ਵਜੇ ਡਿਮਾਂਡ ਵਧੀ, ਸ਼ਾਮ ਦੀ ਜਿਹੜੀ ਉਹ
7 ਵਜੇ ਹੋਈ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਬਾਕੀ ਆ ਐਕਸ ਵਾ, ਮੰਨ ਲਓ ਐਕਸ ਦੀ 8 ਵਜੇ ਹੋਈ, ਵਾਈ ਦੀ 12 ਵਜੇ ਡਿਮਾਂਡ ਜਿਹੜੀ ਮੈਕਸਿਮਮ ਹੋਈ, ਇਹਨਾਂ ਸਾਰਿਆਂ ਨੂੰ ਆਪਾਂ ਪਲੱਸ ਕਰ ਲੈਣਾ ਹੈ, ਠੀਕ ਹੈ। ਇਸ ਦੌਰਾਨ ਕੋਈ ਇਦਾਂ ਦਾ ਟਾਈਮ ਵੀ ਆਏਗਾ ਜਦੋਂ ਸਟੇਸ਼ਨ ਤੇ ਮੈਕਸਿਮਮ ਡਿਮਾਂਡ ਪੈ ਜਾਏਗੀ। ਪਾਵਰ ਸਟੇਸ਼ਨ ਜਿੱਥੇ ਇਲੈਕਟ੍ਰੀਕਲ એનર્ਜੀ ਜਨਰੇਟ ਹੁੰਦੀ ਹੋਈ ਆ, ਕਿਸੇ ਟਾਈਮ ਦੇ ਉੱਤੇ ਉੱਥੇ ਵੀ ਡਿਮਾਂਡ ਵੱਧ ਸਕਦੀ ਨਾ। ਹੁਣ ਇੱਥੇ ਇੱਕ ਪਿੰਡ ਦੀ ਗੱਲ ਤੇ ਨਹੀਂ ਆਪਾਂ ਕਰਨੀ, ਇਹਦੇ ਮੰਨ ਲਓ ਕਿ ਜੇ ਇੱਕ ਪਿੰਡ ਦੀ ਜੇ 50 ਜਾਣੇ ਆ, ਠੀਕ ਹੈ, ਇੱਕ ਪਿੰਡ ਦੇ ਵਿੱਚ, ਉਹਦੇ ਵਿੱਚ ਹੁਣ ਕੀ ਹੋਇਆ ਕਿ 20 ਜਾਣਿਆਂ ਨੇ ਐਟ ਏ ਟਾਈਮ ਹੀ ਡਿਮਾਂਡ ਜਿਹੜੀ ਵੱਧ ਗਈ ਆ। 20 ਜਾਣਿਆਂ ਨੇ ਐਟ ਏ ਟਾਈਮ ਸੇਮ ਡਿਮਾਂਡ ਹੈ, ਮੈਕਸਿਮਮ ਡਿਮਾਂਡ ਜਿਹੜੀ ਐਟ ਏ ਟਾਈਮ ਹੈ, ਓਕੇ। ਤੇ ਇਹਨਾਂ ਦੀ ਡਿਮਾਂਡ ਹੋ ਗਈ, ਬਾਕੀਆਂ ਦੇ ਜਿਹੜੇ 30 ਜਾਣੇ ਨੇ ਉਹ ਅਲੱਗ-ਅਲੱਗ ਦਿਨ ਦੇ ਵਿੱਚ ਡਿਮਾਂਡ ਮੈਕਸਿਮਮ ਹੋ ਰਹੀ ਹੈ ਉਹਨਾਂ ਦੀ, ਓਕੇ। ਇਹਨੂੰ ਕੀ ਕਹਿੰਦੇ ਆਪਾਂ? ਡਾਇਵਰਸਿਟੀ ਫੈਕਟਰ। ਦੀ ਰੇਸ਼ੋ ਆਫ ਸਮ ਆਫ ਇੰਡੀਵਿਜੂਅਲ ਮੈਕਸਿਮਮ ਡਿਮਾਂਡ, ਕੱਲੇ ਬੰਦੇ ਦੀ ਮੈਕਸਿਮਮ ਡਿਮਾਂਡ ਦਾ ਆਪਾਂ ਸਮ ਕਰ ਲੈਣਾ ਹੈ, ਟੂ ਦੀ ਮੈਕਸਿਮਮ ਡਿਮਾਂਡ ਆਨ ਦੀ ਪਾਵਰ ਸਟੇਸ਼ਨ, ਕਿ ਜਦੋਂ ਮੈਕਸਿਮਮ ਡਿਮਾਂਡ ਪਾਵਰ ਸਟੇਸ਼ਨ ਤੇ ਪਈ ਆ, is known as diversity factor, is known as diversity factor, ठीक है। DF is equal to sum of individual maximum demands to the maximum demand on power station, maximum demand on the power station, on the power station, clear। ਤੇ ਇਹਦੀ ਜਿਹੜੀ ਵੈਲਿਊ ਹੁੰਦੀ ਹੈ ਹਮੇਸ਼ਾ 1 ਨਾਲੋਂ ਜ਼ਿਆਦਾ ਹੋਏਗੀ, ਇਹਦੀ ਵੈਲਿਊ ਜਿਹੜੀ ਹਮੇਸ਼ਾ 1 ਨਾਲੋਂ ਜ਼ਿਆਦਾ ਹੋਏਗੀ, ਕਿਉਂਕਿ ਹੁਣ ਜੇ ਆਪਾਂ ਇਹਨਾਂ ਸਾਰਿਆਂ ਨੂੰ ਜੋੜਾਂਗੇ ਤੇ ਇਹ ਕੀ ਆ, ਇਹਦੀ ਜਿਹੜੀ ਮੈਕਸਿਮਮ ਡਿਮਾਂਡ ਵਾ ਉਹ ਮੈਕਸਿਮਮ ਡਿਮਾਂਡ ਔਨ ਪਾਵਰ ਸਟੇਸ਼ਨ ਨਾਲੋਂ ਵੱਧ ਜਾਏਗੀ, ਠੀਕ ਹੈ। ਇੱਥੇ ਕੀ ਆਪਾਂ ਲਿਖ ਦਾਂਗੇ, ਇਟ ਇਜ਼ ਆਲਵੇਜ਼ ਗ੍ਰੇਟਰ ਦੈਨ 1, ਠੀਕ ਹੈ। ਇਟ ਇਜ਼ always greater than 1, greater than 1, ਹਮੇਸ਼ਾ 1 ਨਾਲੋਂ ਇਹਦੀ ਜਿਹੜੀ ਵੈਲਿਊ ਆ ਜ਼ਿਆਦਾ ਹੋਏਗੀ, ਠੀਕ ਹੈ। ਹੁਣ ਇਹਦਾ ਇਫੈਕਟ ਕੀ ਪੈਂਦਾ ਕਾਸਟ ਆਫ ਜਨਰੇਸ਼ਨ ਦੇ ਉੱਤੇ, ਠੀਕ ਹੈ। ਜਿੰਨੀ ਜ਼ਿਆਦਾ ਇਹਦੀ ਵੈਲਿਊ ਹੋਏਗੀ ਡਾਇਵਰਸਿਟੀ ਫੈਕਟਰ ਦੀ, ਠੀਕ ਹੈ, ਜਿੰਨੀ ਜ਼ਿਆਦਾ, ਠੀਕ ਹੈ, ਗ੍ਰੇਟਰ ਦੀ ਡਾਇਵਰਸਿਟੀ ਫੈਕਟਰ, DF ਡਾਇਵਰਸਿਟੀ ਫੈਕਟਰ ਵਾ, ਆ ਜਿਹੜਾ ਮੈਂ ਸਾਈਨ ਯੂਜ਼ ਕਰਦਾ ਪਿਆ ਇਹ ਗ੍ਰੇਟਰ ਦਾ, ਇਹਦਾ ਮਤਲਬ ਹੁੰਦਾ ਗ੍ਰੇਟਰ, ਤੇ ਉਨੀ ਜ਼ਿਆਦਾ ਜਿਹੜੀ ਕਾਸਟ ਜਿਹੜੀ ਘੱਟ ਹੋਏਗੀ। ਗ੍ਰੇਟਰ ਦੀ ਡਾਇਵਰਸਿਟੀ ਫੈਕਟਰ, ਦੀ ਲੈਸਰ ਇਜ਼ ਦੀ ਕਾਸਟ ਆਫ ਜਨਰੇਸ਼ਨ ਆਫ ਦੀ ਪਾਵਰ, ਲੈਸਰ ਇਜ਼ ਦੀ ਕਾਸਟ ਆਫ ਜਨਰੇਸ਼ਨ, ਕਾਸਟ ਆਫ ਜਨਰੇਸ਼ਨ ਇਹ ਕੀ ਹੋਗੀ? ਲੈਸਰ। ਇੱਥੇ ਮੈਂ ਐਰੋ ਦਾ ਸਾਈਨ ਇਸ ਤਰੀਕੇ ਨਾਲ ਬਣਾਤਾ ਹੈ, ਠੀਕ ਹੈ। ਸਾਨੂੰ ਇੱਥੋਂ ਕੀ ਸਿੱਖਣ ਨੂੰ ਮਿਲਿਆ? ਪਹਿਲੀ ਗੱਲ ਤਾਂ ਸਾਨੂੰ ਡੈਫੀਨੇਸ਼ਨ ਦਾ ਪਤਾ ਲੱਗ ਗਿਆ, ਸਮ ਆਫ ਇੰਡੀਵਿਜੂਅਲ ਮੈਕਸਿਮਮ ਡਿਮਾਂਡਸ ਟੂ ਦੀ ਮੈਕਸਿਮਮ ਡਿਮਾਂਡ ਔਨ ਦੀ ਪਾਵਰ ਸਟੇਸ਼ਨ, ਠੀਕ ਹੈ। ਦੂਜਾ ਸਾਨੂੰ ਇਹ ਪਤਾ ਲੱਗ ਗਿਆ ਕਿ ਇਟਸ ਵੈਲਿਊ ਇਜ਼ ਆਲਵੇਜ਼ ਗ੍ਰੇਟਰ ਦੈਨ 1, ਠੀਕ ਹੈ। ਡਾਇਵਰਸਿਟੀ ਫੈਕਟਰ ਹਮੇਸ਼ਾ ਗ੍ਰੇਟਰ ਦੈਨ 1 ਹੋਏਗਾ। ਸਾਨੂੰ ਤੀਜਾ ਕੀ ਪਤਾ ਲੱਗਾ ਕਿ ਜੇਕਰ ਡਾਇਵਰਸਿਟੀ ਫੈਕਟਰ ਦੀ ਵੈਲਿਊ ਜ਼ਿਆਦਾ ਹੈ ਤੇ ਜਿਹੜੀ ਕਾਸਟ ਆਫ ਜਨਰੇਸ਼ਨ ਆ ਉਹ ਘਟ ਜਾਏਗੀ। ਕਲੀਅਰ ਹੋ ਗਿਆ ਨਾ ਕਿ ਸਿੰਪਲ ਹੀ ਚੀਜ਼ਾਂ ਨੇ, ਇਸ ਕਰਕੇ ਡਾਇਵਰਸਿਟੀ ਫੈਕਟਰ ਜ਼ਿਆਦਾ ਹੋਣਾ ਚਾਹੀਦਾ ਹੈ। ਚਲੋ ਨੈਕਸਟ, ਕਾਸਟ ਆਫ ਜਨਰੇਸ਼ਨ ਦਾ ਮਤਲਬ ਓਬਵੀਅਸ ਫਰਕ ਪੈਂਦਾ ਹੀ ਹੈ ਨਾ। ਹੁਣ ਮੰਨ ਲਓ ਕਿ ਜੇ ਇਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ 50 ਮੈਗਾਵਾਟ ਬਣਦੀ ਹੈ ਸਪਲਾਈ, ਸਪੋਜ਼ ਕਰਦੇ ਇੱਕ ਐਗਜ਼ਾਮਪਲ ਲੈ ਰਹੇ ਆ, 50 ਮੈਗਾਵਾਟ ਬਣਦੀ ਆ, ਤੇ ਪਾਵਰ ਸਟੇਸ਼ਨ ਤੇ ਜਿਹੜੀ ਡਿਮਾਂਡ ਆ ਉਹ ਮੈਕਸਿਮਮ ਜਿਹੜੀ ਆ 20 ਮੈਗਾਵਾਟ ਚੱਲਦੀ ਪਈ ਆ, ਤੇ 20 ਮੈਗਾਵਾਟ ਦੇ ਹਿਸਾਬ ਦੇ ਨਾਲ ਤੇ એનર્ਜੀ ਜਨਰੇਟ ਕਰਾਂਗੇ ਆਪਾਂ, ਇੰਸਟਾਲ ਕੈਪੈਸਿਟੀ ਵੀ ਉਹਦੇ ਹਿਸਾਬ ਨਾਲ ਸੈੱਟ ਕਰਾਂਗੇ। ਤੇ ਜੇ ਮੰਨ ਲਓ ਸਾਰਿਆਂ ਦੀ ਡਿਮਾਂਡ ਸੇਮ ਹੀ ਹੋ ਜੇ, ਠੀਕ ਹੈ, ਸਾਰਿਆਂ ਦੀ ਡਿਮਾਂਡ ਸੇਮ ਹੋ ਗਈ ਆ, 50 ਮੈਗਾਵਾਟ ਹੀ ਹੋ ਜੇ, ਤੇ ਡਾਇਵਰਸਿਟੀ ਫੈਕਟਰ ਕਿੰਨਾ ਹੋ ਗਿਆ? 1 ਹੋ ਗਿਆ, ਤੇ ਕਾਸਟ ਆਫ ਜਨਰੇਸ਼ਨ ਜਾਂ ਬਾਕੀ ਕਾਸਟ ਵੀ ਵੱਧ ਜਾਏਗੀ ਨਾ, ਓਕੇ। ਚਲੋ ਨੈਕਸਟ ਆ ਗਿਆ ਪਲਾਂਟ ਕੈਪੈਸਿਟੀ ਫੈਕਟਰ। ਹੁਣ ਪਲਾਂਟ ਕੈਪੈਸਿਟੀ ਫੈਕਟਰ ਕੀ ਹੁੰਦਾ ਹੈ? ਇਟ ਇਜ਼ ਦੀ ਰੇਸ਼ੋ ਆਫ ਐਕਚੁਅਲ એનર્ਜੀ ਪ੍ਰੋਡਿਊਸ ਟੂ ਦੀ, ਜਿਹੜੀ ਐਕਚੁਅਲ એનર્ਜੀ ਪ੍ਰੋਡਿਊਸ ਕਰਦਾ ਪਿਆ ਹੈ ਇਸ ਟਾਈਮ ਪਲਾਂਟ ਕੈਪੈਸਿਟੀ ਫੈਕਟਰ ਆਪਾਂ ਪੜ੍ਹਦੇ ਪਏ ਹਾਂ। ਇਟ ਇਜ਼ ਦੀ ਰੇਸ਼ੋ ਆਫ ਐਕਚੁਅਲ એનર્ਜੀ ਪ੍ਰੋਡਿਊਸਡ ਟੂ ਦੀ ਮੈਕਸਿਮਮ ਪੋਸੀਬਲ, ਮੈਕਸਿਮਮ ਵੱਧ ਤੋਂ ਵੱਧ ਪੋਸੀਬਲ એનર્ਜੀ ਡੈਟ ਕੁਡ ਹੈਵ ਬੀਨ ਪ੍ਰੋਡਿਊਸਡ ਡਿਊਰਿੰਗ ਅ ਗਿਵਨ ਪੀਰੀਅਡ, ਠੀਕ ਹੈ। ਪੰਜਾਬੀ ਦੇ ਵਿੱਚ ਤੁਹਾਨੂੰ ਸਮਝਾਉਂਦਾ ਵਾਂ, ਐਕਚੁਅਲ એનર્ਜੀ ਪ੍ਰੋਡਿਊਸਡ ਜਿਹੜੀ ਉਹ એનર્ਜੀ ਪ੍ਰੋਡਿਊਸ ਕਰਦਾ ਪਿਆ ਹੈ, ਟੂ ਦੀ ਮੈਕਸਿਮਮ ਪੋਸੀਬਲ એનર્ਜੀ ਜਿਹੜੀ ਉਹ ਪ੍ਰੋਡਿਊਸ ਕਰ ਸਕਦਾ ਹੈ, ਜਿਹੜੀ ਉਹ એનર્ਜੀ ਪ੍ਰੋਡਿਊਸ ਕਰ ਸਕਦਾ ਹੈ ਇੱਕ ਗਿਵਨ ਪੀਰੀਅਡ ਦੇ ਵਿੱਚ, ਉਹਨੂੰ ਕੀ ਕਹਿੰਦੇ ਨੇ? ਪਲਾਂਟ ਕੈਪੈਸਿਟੀ ਫੈਕਟਰ। ਪਲਾਂਟ ਕੈਪੈਸਿਟੀ ਫੈਕਟਰ, ਪਲਾਂਟ ਕੈਪੈਸਿਟੀ ਫੈਕਟਰ ਇਜ਼ ਇਕੁਅਲ ਟੂ ਐਕਚੁਅਲ એનર્ਜੀ ਪ੍ਰੋਡਿਊਸ, ਐਕਚੁਅਲ એનર્ਜੀ
produced to the maximum possible energy that could have been produced, ओके कि जिहड़ी उन्होंने की कहते हैं प्लांट कैपेसिटी फैक्टर क्लीयर। हुण इहदे विच की आ जांदा है, इहदे विच कह लो जे आपां एनुअल प्लांट कैपेसिटी फैक्टर करना है, ठीक है, कई बारी एनुअल प्लांट कैपेसिटी फैक्टर ही पूछ लेंदे आ, वो हुंदा है एनुअल प्लांट कैपेसिटी फैक्टर जे इस तरह का भी कोई पूछ लैन तो उहदे विच की करांगे आपां एनुअल जिन्नी वो आउटपुट दे रहा है सानू, ठीक है, एनुअल KWH यूनिट जिन्ने यूनिट प्रोड्यूस करके सानू वो मिलते पे ने, ठीक है, जिन्ने यूनिट्स प्रोड्यूस करता पाया है टू दी प्लांट कैपेसिटी इंटू 8760। हुण 8760 की आ एक साल दे विच 8760 आर हुंदे ने, ठीक है, एक साल दे विच 8760 जिहड़े आ घंटे हुंदे ने। ओके, एक हुंदी रिजर्व कैपेसिटी, ठीक है, रिजर्व कैपेसिटी की होएगी, रिजर्व कैपेसिटी मतलब कोई चीज़ आप रखी हुई है, ठीक है, रिजर्व दे विच रखी हुई है। रिजर्व आप कई बार कहते ना कि मतलब जे पैसे की आप गल करिए तो जे साड़ी 10,000 सैलरी है या मतलब 20,000 सैलरी उस आप कुछ ना कुछ बचा के रख लीदा, लोड़ पैने वाले जो काम आवे वो की हुंदा रिजर्व रखा हुंदा है आपां, ठीक है। रिजर्व कैपेसिटी किहदे इक्वल होएगी, प्लांट कैपेसिटी माइनस मैक्सिमम डिमांड जिन्नी डिमांड है, ठीक है, वध तो वध डिमांड है तो उन्होंने किस चो कर देंगे प्लांट की कैपेसिटी चो। हुण मान लो कि साडे कोल की आ 100 मैगावाट का प्लांट है तो मैक्सिमम डिमांड हैगी साडे कोल 80 मैगावाट, तो 20 की आ गया था, 20 आ जाएगा रिजर्व कैपेसिटी, 20 की आ जाएगा रिजर्व कैपेसिटी, 20 मैगावाट की है रिजर्व कैपेसिटी है। ये तां करके रखी होती है कि कई बार फ्यूचर दे विच डिमांड वध जाती है लोड की, ठीक है, फिर नवा प्लांट थोड़ी लावांगे उस टाइम तो फिर इस करके कोई ना कोई आपां फ्यूचर नूं फोरकास्ट करके थोड़ी जी कैपेसिटी जिहड़ी आपां प्लांट की वध रख लैंदे आ कि लोड पैन दे उत्ते आपां जिहड़ी रिजर्व कैपेसिटी यूज कर सकीए। क्लीयर समझ लग गया। जेकर मैक्सिमम डिमांड ते प्लांट कैपेसिटी दोनों इक्वल हो जाने एक दूजे दे तो फिर रिजर्व कैपेसिटी कितनी हो जाएगी, 0 हो जाएगी। ओके, फिर रिजर्व कैपेसिटी कोई भी नहीं है, ठीक है। मैक्सिमम डिमांड प्लांट कैपेसिटी माइनस मैक्सिमम डिमांड इज इक्वल टू रिजर्व कैपेसिटी। ओके स्टूडेंट्स, नेक्स्ट आ गया प्लांट यूज फैक्टर। प्लांट यूज फैक्टर की हुंदा वा, इट इज द रेशो ऑफ KWH जनरेटेड। KWH दा जिहड़े यूनिट्स हुंदे ना, यूनिट्स वो KWH हुंदे ने, ठीक है। घर दे विच भी बिल आउंदा ना कि 5 यूनिट या 100 यूनिट का बिल आ गया, वो KWH हुंदे आ। टैक्नीकली मतलब जिहड़ा SI यूनिट ऑफ यूनिट्स दा हुंदा है वो KWH एनर्जी का यूनिट हुंदा है, ठीक है, उन्होंने यूनिट ही कहते हैं। ओके, जनरेटेड टू द प्रोडक्ट ऑफ प्लांट कैपेसिटी एंड नंबर ऑफ आवर्स फॉर विच द प्लांट वाज इन ऑपरेशन। बड़ी सिंपल जी चीज़ वा कि प्लांट यूज कैपेसिटी की फैक्टर की है, प्लांट यूज फैक्टर इज इक्वल टू स्टेशन आउटपुट इन KWH, जिन्नी एनर्जी जी जनरेट हुई स्टेशन आउटपुट इन KWH टू दी प्लांट कैपेसिटी प्रोडक्ट का मतलब होंदा मल्टीप्लाई करना, टू दी प्रोडक्ट ऑफ प्लांट कैपेसिटी एंड नंबर ऑफ आवर्स कि किन्ने आवर्स जिहड़ा वा वो प्लांट यूज दे विच रहा, ठीक है, उन्होंने भी कहते हैं प्लांट यूज फैक्टर। जे मान लो 24 घंटिया दे विच 19 घंटे प्लांट चलिया वा तो प्लांट की कैपेसिटी नूं आपां 19 दे नाल मल्टीप्लाई कर देंगे, ठीक है। जे 20 घंटे चलिया वा तो उन्होंने 20 दे नाल मल्टीप्लाई कर देंगे। डिपेंड ये करेगा कि सानू 1 साल का कड्ढण लई क्या, 1 दिन का कड्ढण लई क्या, कि जां 1 मंथ का कड्ढण लई क्या। ओके, आवर्स इन यूज। क्लियर समझ लग गई ना कि ये सिंपल
ਇਹਦੇ ਵਿੱਚ ਕੋਈ ਵੀ ਕਨਫਿਊਜ਼ਨ ਵਾਲੀ ਚੀਜ਼ ਨਹੀਂ ਹੈਗੀ। ਪਲਾਂਟ ਯੂਜ਼ ਫੈਕਟਰ ਦਾ ਮਤਲਬ ਇਹ ਆ ਕਿ ਕਿੰਨਾ ਚਿਰ ਪਲਾਂਟ ਜਿਹੜਾ ਵਾ ਉਹ ਯੂਜ਼ ਦੇ ਵਿੱਚ ਰਿਹਾ ਤੇ ਕਿੰਨੀ ਸਾਨੂੰ ਉਹਨੇ ਆਊਟਪੁੱਟ ਦਿੱਤੀ। ਸਟੇਸ਼ਨ ਆਊਟਪੁੱਟ ਇਨ KWH ਟੂ ਦੀ ਪਲਾਂਟ ਕਪੈਸਿਟੀ, ਜਿੰਨੀ ਪਲਾਂਟ ਦੀ ਕਪੈਸਿਟੀ ਆ ਤੇ ਕਿੰਨੇ ਘੰਟੇ ਪਲਾਂਟ ਚੱਲਿਆ, ਠੀਕ ਹੈ, ਕਿੰਨੇ ਘੰਟੇ ਉਹ ਆਪਰੇਸ਼ਨ ਦੇ ਵਿੱਚ ਰਿਹਾ, ਉਹਨੂੰ ਕੀ ਆਪਾਂ ਕਹਿ ਦਾਂਗੇ ਪਲਾਂਟ ਯੂਜ਼ ਫੈਕਟਰ। ਪਲਾਂਟ ਯੂਜ਼ ਫੈਕਟਰ ਕਲੀਅਰ। ਚਲੋ ਨੈਕਸਟ ਆ ਜਾਂਦਾ ਫਰਮ ਪਾਵਰ। ਫਰਮ ਪਾਵਰ ਠੀਕ ਹੈ, ਇਹ ਉਹ ਪਾਵਰ ਹੁੰਦੀ ਹੈ ਜਿਹੜੀ ਹਮੇਸ਼ਾ ਅਵੇਲੇਬਲ ਰਹਿੰਦੀ ਹੈ, ਆਲਵੇਜ਼ ਅਵੇਲੇਬਲ, ਠੀਕ ਹੈ, ਉਹਨੂੰ ਕਹਿੰਦੇ ਨੇ ਫਰਮ ਪਾਵਰ। ਪੱਕੀ ਪਾਵਰ ਜਿਹੜੀ ਸਾਨੂੰ ਮਿਲਣੀ ਹੀ ਮਿਲਣੀ ਹੈ, ਉਹਨੂੰ ਕੀ ਕਹਿ ਦਾਂਗੇ ਫਰਮ ਪਾਵਰ ਕਹਿ ਦਾਂਗੇ, ਠੀਕ ਹੈ। ਫੋਰ ਐਗਜ਼ਾਮਪਲ ਕਿ ਸਾਡੇ ਪਲਾਂਟ ਦੀ ਕਪੈਸਿਟੀ ਹੈਗੀ ਆ 50 ਮੈਗਾਵਾਟ, ਠੀਕ ਹੈ, ਬਟ ਜਿਹੜੀ 20 ਮੈਗਾਵਾਟ ਹੈ ਫਰਮ ਪਾਵਰ ਹੈ ਕਿ 20 ਮੈਗਾਵਾਟ ਹਮੇਸ਼ਾ ਅਵੇਲੇਬਲ ਹੈ, ਉਹਨੂੰ ਵੀ ਕਹਿ ਦਾਂਗੇ ਆਪਾਂ ਫਰਮ ਪਾਵਰ ਕਹਿ ਦਾਂਗੇ, ਫਰਮ ਪਾਰ ਕਹਿ ਦਾਂਗੇ। ਓਕੇ, ਫਰਮ ਪਾਰ ਕਲੀਅਰ। ਨੈਕਸਟ ਆ ਗਿਆ ਕੋਲਡ ਰਿਜ਼ਰਵ, ਠੀਕ ਹੈ। ਕੋਲਡ ਰਿਜ਼ਰਵ ਕੀ ਹੁੰਦਾ ਹੈ ਕਿ ਇਟ ਇਜ਼ ਦੀ ਰਿਜ਼ਰਵ ਜਨਰੇਟਿੰਗ ਕਪੈਸਿਟੀ, ਰਿਜ਼ਰਵ ਜਨਰੇਟਿੰਗ ਕਪੈਸਿਟੀ ਵਿਚ ਇਜ਼ ਅਵੇਲੇਬਲ ਫਾਰ ਸਰਵਿਸ, ਜਿਹੜੀ ਕਿ ਸਰਵਿਸ ਦੇ ਲਈ ਅਵੇਲੇਬਲ ਹੈ ਬਟ ਸਰਵਿਸ ਦੇ ਆਪਣਾ ਆਪਰੇਸ਼ਨ ਦੇ ਵਿੱਚ ਨਹੀਂ ਹੈ, ਯੂਜ਼ ਦੇ ਵਿੱਚ ਨਹੀਂ ਹੈ, ਉਹਨੂੰ ਕੀ ਆਪਾਂ ਕਹਿ ਦਾਂਗੇ ਕੋਲਡ ਰਿਜ਼ਰਵ। ਰਿਜ਼ਰਵ ਓਕੇ, ਕੋਲਡ ਰਿਜ਼ਰਵ ਕੀ ਹੋ ਗਿਆ ਕਿ ਜਿਹੜੀ ਉਹ ਕਪੈਸਿਟੀ ਹੁੰਦੀ ਆ ਜਿਹੜੀ ਅਵੇਲੇਬਲ ਤੇ ਹੈਗੀ ਹੈ, ਜਿੱਦਾਂ ਕਿ ਆਪਾਂ ਪਿੱਛੇ ਪੜਿਆ ਹੈ ਨਾ ਕਿ ਮੈਕਸਿਮਮ ਡਿਮਾਂਡ ਦੇ ਹਿਸਾਬ ਨਾਲ ਪਲਾਂਟ ਚੱਲੇਗਾ ਨਾ, ਤੇ ਰਿਜ਼ਰਵ ਕਪੈਸਿਟੀ ਥੋੜੀ ਆਪਾਂ ਯੂਜ਼ ਕਰਾਂਗੇ, ਠੀਕ ਹੈ ਨਾ। ਰਿਜ਼ਰਵ ਕਪੈਸਿਟੀ ਜਿਹੜੀ ਆ ਸਾਨੂੰ ਫਿਊਚਰ ਦੇ ਲਈ ਜਾਂ ਮੌਕੇ ਤੇ ਯੂਜ਼ ਲਈ ਵੀ ਆਪਾਂ ਵਰਤ ਸਕਦੇ ਹਾਂ, ਬਟ ਉਹ ਆਪਰੇਸ਼ਨ ਦੇ ਵਿੱਚ ਨਹੀਂ ਹੈਗੀ, ਠੀਕ ਹੈ ਨਾ। ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਕਿ 100 ਮੈਗਾਵਾਟ ਜਿਹੜੀ ਆ ਉਹ ਸਾਡੀ ਪਲਾਂਟ ਦੀ ਕਪੈਸਿਟੀ ਹੈ ਤੇ 80 ਮੈਗਾਵਾਟ ਜਿਹੜੀ ਉਹ ਮੈਕਸਿਮਮ ਡਿਮਾਂਡ ਹੈ, ਤੇ ਜਿਹੜੀ 20 ਮੈਗਾਵਾਟ ਹੈ ਉਹ ਰਿਜ਼ਰਵ ਕਪੈਸਿਟੀ ਹੈ, ਉਹਦੀ ਆਪਾਂ ਗੱਲ ਕਰਦੇ ਪਏ ਹਾਂ। ਇਟ ਇਜ਼ ਦੀ ਰਿਜ਼ਰਵ ਜਨਰੇਟਿੰਗ ਕਪੈਸਿਟੀ, ਓਕੇ, ਕਿੰਨੀ ਹੈ 20 ਮੈਗਾਵਾਟ, ਵਿਚ ਇਜ਼ ਅਵੇਲੇਬਲ ਫਾਰ ਸਰਵਿਸ ਬਟ ਇਜ਼ ਨਾਟ ਇਨ ਆਪਰੇਸ਼ਨ। ਓਕੇ, ਇਹਨੂੰ ਕੀ ਕਹਿੰਦੇ ਨੇ ਕੋਲਡ ਰਿਜ਼ਰਵ ਕਹਿੰਦੇ ਨੇ। ਉਸ ਤੋਂ ਬਾਅਦ ਹੁੰਦੇ ਹੌਟ ਰਿਜ਼ਰਵ। ਹੌਟ ਰਿਜ਼ਰਵ ਕੀ ਹੁੰਦੇ ਨੇ? ਇਟ ਇਜ਼ ਦੀ ਰਿਜ਼ਰਵ ਜਨਰੇਟਿੰਗ ਕਪੈਸਿਟੀ ਵਿਚ ਇਜ਼ ਇਨ ਆਪਰੇਸ਼ਨ ਬਟ ਇਟ ਇਜ਼ ਨਾਟ ਇਨ ਸਰਵਿਸ, ਜਿਹੜੀ ਆਪਰੇਸ਼ਨ ਦੇ ਵਿੱਚ ਤੇ ਹੈਗੀ ਹੈ ਬਟ ਸਰਵਿਸ ਲਈ ਅਵੇਲੇਬਲ ਨਹੀਂ ਹੈ, ਉਹਨੂੰ ਕੀ ਆਪਾਂ ਕਹਿ ਦਾਂਗੇ ਹੌਟ ਰਿਜ਼ਰਵ ਕਹਿ ਦਾਂਗੇ। ਨੈਕਸਟ ਆ ਗਿਆ ਸਪਿਨਿੰਗ ਰਿਜ਼ਰਵ। ਸਪਿਨਿੰਗ ਰਿਜ਼ਰਵ ਕੀ ਹੁੰਦੇ ਨੇ? ਇਟ ਇਜ਼ ਡੈਡ ਜਨਰੇਟਿੰਗ ਕਪੈਸਿਟੀ which is connected to the bus and is ready to take load। ਠੀਕ ਹੈ, ਜਦੋਂ ਇਲੈਕਟ੍ਰੀਕਲ એનર્ਜੀ ਜਨਰੇਟ ਹੁੰਦੀ ਹੈ, ਠੀਕ ਹੈ, ਉਹ ਕਿਹਦੇ ਬੱਸ ਕੀ ਹੁੰਦਾ ਵਾ ਜਿੱਥੋਂ ਆਪਾਂ ਅੱਗੇ ਕਨੈਕਸ਼ਨ ਬਾਹਰ ਦਿੱਤੇ ਹੁੰਦੇ। ਮੰਨ ਲਓ ਕਿ ਆਹ 3 ਤਾਰਾਂ ਜਿਹੜੀਆਂ ਨੇ ਇਹ ਆਪਾਂ ਕਿਸੇ A ਸ਼ਹਿਰ ਨੂੰ ਦੇਤੀ ਆ, ਆਹ 2 B ਸ਼ਹਿਰ ਨੂੰ ਚਲ ਗਈ ਹੈ ਨਾ ਸਪਲਾਈ। ਇਹ ਬੱਸ ਦੇ ਉੱਤੇ ਆਪਾਂ ਜਿਹੜੀ ਆ ਸਪਲਾਈ ਜਨਰੇਟ ਹੋ ਕੇ ਆਹ ਜਨਰੇਟਰ ਲੱਗੇ ਹੋਏ ਆ ਜਨਰੇਟਰ ਨੇ ਕੀ ਹੋਇਆ ਹੈ ਕਿ ਜਨਰੇਟਿੰਗ ਕਪੈਸਿਟੀ ਜਿਹੜੀ ਆ ਉਹ ਇਲੈਕਟ੍ਰੀਕਲ એનર્ਜੀ ਜਿਹੜੀ ਜਨਰੇਟ ਹੋ ਰਹੀ ਹੈ ਬੱਸ ਦੇ ਨਾਲ, ਉਹਨੂੰ ਕਨੈਕਟ ਕਰਤਾ ਹੈ ਆਪਾਂ, ਠੀਕ ਹੈ, ਬੱਸ ਦੇ ਨਾਲ ਕਨੈਕਟ ਕਰਤਾ ਹੈ ਬੱਸ ਬਾਰ ਦੇ ਨਾਲ, ਤੇ ਹੁਣ ਉਹ ਇਜ਼ ਰੈਡੀ ਟੂ ਟੇਕ ਲੋਡ, ਕਿ ਉਹਨੂੰ ਲੋਡ ਉਹਦੇ ਨਾਲ ਕਨੈਕਟ ਕਰ ਸਕਦੇ ਆ। ਓਕੇ, ਉਹਨੂੰ ਕੀ ਕਹਿੰਦੇ ਨੇ? ਸਪਿਨਿੰਗ ਰਿਜ਼ਰਵ ਕਹਿੰਦੇ ਨੇ, ਉਹਨੂੰ ਕੀ ਕਹਿੰਦੇ ਨੇ? ਸਪਿਨਿੰਗ ਰਿਜ਼ਰਵ। ਓਕੇ ਸਟੂਡੈਂਟਸ, ਹੋਪ ਸੋ ਤੁਹਾਨੂੰ ਅੱਜ ਦੇ ਇਸ ਲੈਕਚਰ ਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਏਗਾ, ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ, ਤੇ ਬਾਕੀ ਇੰਨੀ ਪ੍ਰੈਕਟਿਸ ਕਰਿਓ ਕਿਉਂਕਿ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਇਹ ਵਾਲਾ ਜਿਹੜਾ ਅੱਜ ਮੈਂ ਕਵਰ ਕਰਵਾਇਆ, ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਇਹਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਨੇ ਉਹ ਅਕਸਰ ਆ ਜਾਂਦੇ ਨੇ ਐਗਜ਼ਾਮ ਦੇ ਵਿੱਚ। ਓਕੇ ਸਟੂਡੈਂਟਸ, ਥੈਂਕ ਯੂ ਜੀ।